ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 470 ਤੋਂ ਲੈ ਕੇ 472 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਜੀ। ਇਹ ਉਹ ਬਾਣੀ ਹੈ ਸੰਗਤ ਜੀ ਜਿਹੜੀ ਆਸਾ ਜੀ ਦੀ ਵਾਰ ਦਾ ਕੀਰਤਨ ਸਵੇਰੇ ਗੁਰਦੁਆਰੇ ਸਾਹਿਬ ਵਿੱਚ ਹੁੰਦਾ। ਇਹ ਉਹ ਬਾਣੀ ਹੁਣ ਚੱਲ ਰਹੀ ਆ। ਸ਼ਲੋਕ ਮਹੱਲਾ ਪਹਿਲਾ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੈ ਪਤ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨ ਕੋਏ। ਧਰਤ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਸੀਸ ਨਿਵਾਈਐ ਕਿਆ ਥੀਐ ਜਾ ਹਿਰਦੈ ਕਸੁਧੈ ਜਾਹੇ। ਹਾਂਜੀ ਸੰਗਤ ਜੀ, ਬਹੁਤ ਹੀ ਪਿਆਰੀ ਬਾਣੀ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਸਿੰਬਲ ਦਾ ਰੁੱਖ ਬੜਾ ਵੱਡਾ ਬੜਾ ਉੱਚਾ ਹੁੰਦਾ, ਬੜਾ ਸੋਹਣਾ ਹੁੰਦਾ ਕਹਿੰਦੇ। ਪਰ ਜਿਹੜੇ ਪੰਛੀ ਕਹਿੰਦੇ ਆਸ ਕਰਕੇ ਆਉਂਦੇ ਨੇ ਵੀ ਉਸ ਰੁੱਖ 'ਤੇ ਜਾਈਏ ਤਾਂ ਉਹਦੇ ਫਲ ਫੁੱਲ ਖਾਂਦੇ ਆ, ਪਰ ਕਹਿੰਦੇ ਉਹ ਬੜੇ ਨਿਰਾਸ਼ੇ ਹੁੰਦੇ ਨੇ। ਉਹ ਨਿਰਾਸ਼ ਹੋ ਜਾਂਦੇ ਨੇ ਕਿਉਂਕਿ ਉਹਦੇ ਫਲ ਫਿੱਕੇ ਨੇ, ਫੁੱਲ ਵੀ ਬਕ ਬਕੇ ਨੇ, ਉਹਦੇ ਪੱਤੇ ਵੀ ਨਹੀਂ ਕੋਈ ਕੰਮ ਆਉਂਦੇ ਹੈਗੇ। ਇਸ ਤਰ੍ਹਾਂ ਹੀ ਦੱਸ ਰਹੇ ਨੇ ਕਿ ਉਹ ਜੀਵ ਜਿਹਦੇ ਵਿੱਚ ਕਹਿੰਦੇ ਮਿੱਠਤ ਨਹੀਂ ਹੈਗੀ, ਨਿਮਰਤਾ ਨਹੀਂ ਹੈਗੀ, ਜੋ ਕਿਸੇ ਦੇ ਕੰਮ ਨਹੀਂ ਆ ਸਕਦਾ। ਫਿਰ ਕਹਿੰਦੇ ਉਹ ਤਾਂ ਸਿੰਬਲ ਦੇ ਰੁੱਖ ਵਾਂਗ ਹੋਇਆ ਨਾ, ਵੀ ਸਿੰਬਲ ਦੇ ਰੁੱਖ 'ਤੇ ਪੰਛੀ ਜਾਂਦੇ ਨੇ ਆਸ ਕਰਕੇ ਪਰ ਨਿਰਾਸ਼ ਮੁੜਨਾ ਪੈਂਦਾ। ਇਸ ਤਰ੍ਹਾਂ ਹੀ ਜੀਵ ਜੋ ਕਿਸੇ ਦੇ ਕੰਮ ਨਹੀਂ ਆ ਸਕਦਾ ਉਹਦੇ ਵੱਲੋਂ ਨਿਰਾਸ਼ਾ ਹੀ ਮਿਲਣੀ ਨਾ। ਕਹਿੰਦੇ ਜਿਹੜੀ ਮਿੱਠਤ ਦਾ ਗੁਣ ਆ, ਜਿਹੜਾ ਨੀਵੇਂ ਹੋਣਾ ਗੁਣ ਆ, ਬੜੀ ਮਿਠਾਸ ਆ। ਜਿਹੜੀ ਨਿਮਰਤਾ ਦਾ ਗੁਣ ਆ ਉਹ 'ਚ ਬੜੀ ਮਿਠਾਸ ਆ। ਕਹਿੰਦੇ ਇਹ ਬੜਾ ਚੰਗਾ ਹੈ। ਕਹਿੰਦੇ ਚੰਗਿਆਈਆਂ ਦਾ ਤੱਤ ਆ। ਕਹਿੰਦੇ ਜੋ ਨਿਮਰਤਾ ਦਾ ਭਾਵ ਹੈ। ਕਹਿੰਦੇ ਆਪਣੀ ਗੌਂ ਲਈ ਤੇ ਹਰ ਕੋਈ ਨਿਭ ਜਾਂਦਾ, ਪਰ ਦੂਜੇ ਲਈ ਨਿਵੇ ਫੇਰ ਆ ਨਾ। ਦੂਜੇ ਦੇ ਕੰਮ ਨੂੰ ਨਿਮਰਤਾ ਨਾਲ ਕਰੇ। ਕਹਿੰਦੇ ਜੇ ਕਹਿੰਦੇ ਆਪਾਂ ਤੱਕੜੀ ਦੇ ਦੋਨੋਂ ਪਲੜਿਆਂ ਨੂੰ ਦੇਖਦੇ ਹਾਂ, ਜਿਹੜਾ ਨੀਵਾਂ ਹੁੰਦਾ ਉਹਦੇ ਵਿੱਚ ਹੀ ਉਹਨੂੰ ਹੀ ਮਤਲਬ ਗੁਣਕਾਰੀ ਗਿਣਿਆ ਜਾਂਦਾ, ਉਹਨੂੰ ਹੀ ਵੱਡਾ ਗਿਣਿਆ ਜਾਂਦਾ। ਜਿਹੜਾ ਉੱਪਰ ਚੱਕਿਆ ਜਾਂਦਾ ਉਹ ਤਾਂ ਹਲਕਾ ਹੁੰਦਾ। ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਜੀਵ ਨਿਮਰਤਾ ਦੇ ਵਿੱਚ ਰਹਿੰਦਾ ਉਹੀ ਠੀਕ ਆ। ਨਿਮਰਤਾ ਬਹੁਤ ਵੱਡਾ ਗੁਣ ਹੈਗਾ। ਫਿਰ ਕਹਿੰਦੇ ਜਿਹੜੇ ਇਹ ਨਿਮਰਤਾ ਹੋਣੀ ਚਾਹੀਦੀ ਆ ਇਹ ਦਿਲ ਤੋਂ, ਇਹ ਨਹੀਂ ਕਿ ਬਾਹਰੋਂ ਬਾਹਰੋਂ। ਕਹਿੰਦੇ ਨਿਉਣ ਨੂੰ ਤਾਂ ਜਿਹੜਾ ਸ਼ਿਕਾਰੀ ਸ਼ਿਕਾਰ ਕਰਦਾ ਮਿਰਗ ਦਾ ਲਿਫ ਕੇ ਦੂਰਾ ਹੋ ਜਾਂਦਾ, ਪਰ ਕਰ ਤਾਂ ਸ਼ਿਕਾਰ ਰਿਹਾ ਹੁੰਦਾ, ਕੋਈ ਚੰਗਾ ਕੰਮ ਤਾਂ ਕਰ ਨਹੀਂ ਰਿਹਾ ਹੁੰਦਾ। ਇਸ ਤਰ੍ਹਾਂ ਹੀ ਕਹਿੰਦੇ ਵੀ ਸਿਰਫ ਸਿਰ ਨੀਵਾਂ ਕਰਨ ਨਾਲ ਨਹੀਂ, ਅੰਦਰੋਂ ਹਿਰਦੇ 'ਚੋਂ ਵੀ ਨਿਮਰਤਾ ਹੋਣੀ ਚਾਹੀਦੀ ਆ। ਇਹ ਨਿਮਰਤਾ ਹੈ। ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦਮ। ਸਿਲ ਪੂਜਸ ਬਗਲ ਸਮਾਦਮ। ਮੁਖ ਝੂਠ ਬਿਭੂਖਣ ਸਾਰਮ। ਤ੍ਰੈ ਪਾਲ ਤੇ ਹਾਲ ਵਿਚਾਰਮ। ਗਲ ਮਾਲਾ ਤਿਲਕ ਲਿਲਾਟਮ। ਦੋਇ ਧੋਤੀ ਬਸਤਰ ਕਪਾਟਮ। ਜੇ ਜਾਣਸ ਬ੍ਰਹਮੈ ਕਰਮ। ਸਭ ਫੋਕਟ ਨਿਸਚੋ ਕਰਮ। ਕਹੁ ਨਾਨਕ ਨਿਸਚੋ ਧਿਆਵੈ। ਵਿਣ ਸਤਿਗੁਰ ਵਾਟ ਨ ਪਾਵੈ। ਕਹੁ ਨਾਨਕ ਨਿਸਚੋ ਧਿਆਵੈ। ਵਿਣ ਸਤਿਗੁਰ ਵਾਟ ਨ ਪਾਵੈ। ਫਿਰ ਉਸ ਸਮੇਂ ਜੋ ਕੁਰੀਤੀਆਂ ਚੱਲ ਰਹੀਆਂ ਸੀ ਬ੍ਰਾਹਮਣ ਸਮਾਜ ਦੇ ਵਿੱਚ, ਫਿਰ ਉਹਦੀਆਂ ਵੀ ਬ੍ਰਾਹਮਣ ਸਮਾਜ ਦੇ ਵਿੱਚ ਉਹਦੀਆਂ ਵੀ ਫਿਰ ਗੱਲਾਂ ਕਰਦੇ ਨੇ। ਕਹਿੰਦੇ ਜਿਹੜਾ ਬ੍ਰਾਹਮਣ ਆ ਸੰਧਿਆ ਦੇ ਵੇਲੇ ਕਹਿੰਦੇ ਆਪਣੇ ਵੇਦਾਂ ਦੇ ਪਾਠ ਕਰਦਾ ਅਤੇ ਮੂਰਤੀ ਦੀ ਪੂਜਾ ਵੀ ਕਰਦਾ, ਜੇ ਬਗਲੇ ਵਾਲੀ ਸਮਾਧੀ ਵੀ ਲਾਉਂਦਾ, ਪਰ ਕਹਿੰਦੇ ਮੂੰਹ ਤੋਂ ਝੂਠ ਬੋਲਦਾ। ਉਹ ਝੂਠ ਨੂੰ ਬੜੇ ਗਹਿਣਿਆਂ ਵਾਂਗ ਸਵਾਰ ਦਿੰਦਾ ਵੀ ਝੂਠ ਲੱਗੇ ਨਾ। ਤਿੰਨੇ ਵੇਲੇ ਕਹਿੰਦੇ ਗਾਇਤਰੀ ਮੰਤਰ ਵੀ ਪੜ੍ਹਦਾ, ਗਲ 'ਚ ਮਾਲਾ ਪਾਉਂਦਾ, ਤਿਲਕ ਲਾਉਂਦਾ, 2 ਧੋਤੀਆਂ ਰੱਖਦਾ ਕਿ
ਪਹਿਲੇ ਸਮੇਂ ਸਵੇਰ ਨੂੰ ਵੀ ਸਾਫ਼ ਧੋਤੀ ਦੇ ਨਾਲ ਪਾਠ ਕਰਾਂ, ਪੂਜਾ ਕਰਾਂ, ਅਤੇ ਸ਼ਾਮ ਨੂੰ ਵੀ, ਅਤੇ ਸਿਰ ਵੀ ਢੱਕਦਾ ਪੂਜਾ ਕਰਨ ਦੇ ਲਈ। ਅਤੇ ਫਿਰ ਕਹਿੰਦੇ ਵੀ ਜੇ ਉਹਨੂੰ ਪਤਾ ਹੋਵੇ ਕਿ ਵੀ ਜੇ ਇਹ ਸਾਰੇ ਕੰਮ ਜਿਹੜੇ ਕਰ ਰਿਹਾ ਇਹ ਸਾਰੇ ਪਖੰਡ ਨੇ, ਇਹ ਤਾਂ ਉਹਨੂੰ ਪਤਾ ਲੱਗਣਾ ਜੇ ਉਹਨੂੰ ਪਤਾ ਲੱਗੇ ਕਿ ਅਸਲ 'ਚ ਜਿਹੜਾ ਕੰਮ ਆ ਧਾਰਮਿਕ, ਉਹ ਕੰਮ ਹੈ ਕੀ। ਜੇ ਉਹਨੂੰ ਪਰਮਾਤਮਾ ਦੇ ਨਾਲ ਜਾਣ ਪਛਾਣ ਹੋਏ ਫਿਰ ਹੀ ਉਹਨੂੰ ਪਤਾ ਲੱਗ ਸਕਦਾ ਵੀ ਜਿਹੜੇ ਸਾਰੇ ਕੰਮ ਕਰ ਰਹੇ ਆ ਪਖੰਡ ਵਾਲੇ ਕੰਮ ਕਰ ਰਹੇ ਆ। ਕਹਿੰਦੇ ਨਾਨਕ ਜੀ ਕਹਿੰਦੇ ਨੇ ਇਹ ਸਭ ਉਹਨੂੰ ਸਤਿਗੁਰ ਦੇ ਸ਼ਰਨ ਪਾਏ ਤੋਂ ਬਿਨਾਂ ਨਹੀਂ ਪਤਾ ਲੱਗਦਾ। ਕਹਿੰਦੇ ਸਤਿਗੁਰ ਤੋਂ ਬਿਨਾਂ ਕਿਸੇ ਨੂੰ ਪਰਮੇਸ਼ਰ ਦੇ ਨਾਲ ਜਾਣ ਪਛਾਣ ਨਹੀਂ ਹੋ ਸਕਦੀ। ਸਤਿਗੁਰ ਦੀ ਸ਼ਰਨ ਪਿਆ ਹੀ ਗੱਲ ਬਣਦੀ ਆ। ਪੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ, ਰਾਹ ਪੀੜੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ, ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ, ਕਰ ਔਗਣ ਪਛੋਤਾਵਣਾ। ਹਾਂਜੀ, ਕਹਿੰਦੇ ਜੋ ਸਾਡਾ ਇਹ ਸਰੀਰ ਰੂਪੀ ਕਹਿੰਦੇ ਕੱਪੜਾ ਹੈਗਾ, ਇਹ ਤੇ ਦੁਨੀਆ ਵਿੱਚ ਸਭ ਸਰੀਰ ਰੂਪ ਸਭ ਕੁਝ ਦੁਨੀਆ ਵਿੱਚ ਕਹਿੰਦੇ ਛੱਡ ਕੇ ਅਸੀਂ ਚਲੇ ਜਾਣਾ ਹੈ। ਅਤੇ ਨਾਲ ਸਾਡੇ ਕਹਿੰਦੇ ਸਰੀਰ ਨੇ ਨਹੀਂ ਜਾਣਾ, ਨਾਲ ਜਾਣਾ ਜੋ ਅਸੀਂ ਕਰਮ ਬੀਜ ਰਹੇ ਹਾਂ, ਚੰਗਾ ਮੰਦਾ ਜੋ ਵੀ ਅਸੀਂ ਬੀਜ ਰਹੇ ਹਾਂ ਉਹ ਸਾਡੇ ਨਾਲ ਜਾਣਾ। ਫਿਰ ਕਹਿੰਦੇ ਸੰਸਾਰ ਦੇ ਵਿੱਚ ਜਦੋਂ ਜੀਵ ਹੁੰਦਾ ਮਨ ਆਈਆਂ ਕਰਦਾ, ਇਹ ਨਹੀਂ ਸੋਚਦਾ ਵੀ ਅੱਗੇ ਜਿੱਥੇ ਜਾ ਕੇ ਇਹ ਮਨ ਆਈਆਂ ਦਾ ਹਿਸਾਬ ਕਰਨਾ ਪੈਣਾ, ਉਹ ਰਸਤਾ ਬੜਾ ਪੀੜਾ, ਬੜਾ ਉੱਥੇ ਕਹਿੰਦੇ ਵੀ ਚੰਗੀ ਤਰ੍ਹਾਂ ਪਰਖ ਹੁੰਦੀ ਆ। ਫਿਰ ਜਦੋਂ ਪਰਖਿਆ ਜਾਂਦਾ ਫਿਰ ਦੇਖਦੇ ਆ ਜਿਹਨੇ ਮਾੜੇ ਕੰਮ ਕੀਤੇ ਨੇ, ਫਿਰ ਜਿਹੜਾ ਦੋਜਕ ਦਾ ਮੂੰਹ ਆ ਫਿਰ ਬੜਾ ਕਹਿੰਦੇ ਡਰਾਵਣਾ ਦਿਸਦਾ ਉੱਥੇ। ਇਹ ਉਹਨੂੰ ਹੀ ਪਛਤਾਉਣਾ ਪੈਂਦਾ ਜੋ ਇੱਥੇ ਔਗਣ ਇਕੱਠੇ ਕਰਕੇ ਲੈ ਕੇ ਜਾਂਦਾ, ਜੋ ਉਹਦਾ ਨਾਮ ਜਪ ਕੇ ਲੈ ਕੇ ਜਾਂਦਾ, ਉਹਨੂੰ ਤੇ ਉੱਥੇ ਸਲਾਮਾਂ ਹੁੰਦੀਆਂ ਨੇ। ਸ਼ਲੋਕ ਮਹੱਲਾ ਪਹਿਲਾ। ਦਿਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਕਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਤਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ, ਚੌਕੜ ਮੁੱਲ ਅਣਾਇਆ, ਬਹਿ ਚੌਕੈ ਪਾਇਆ, ਸਿੱਖਾ ਕੰਨ ਚੜਾਈਆ, ਗੁਰ ਬ੍ਰਾਹਮਣ ਥੀਆ, ਉਹ ਮੂਆ ਉਹ ਚੜ੍ਹ ਪਿਆ, ਵੇ ਤੱਗਾ ਗਿਆ। ਹਾਂਜੀ ਸੰਗਤ ਜੀ, ਇੱਥੇ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਅਸਲੀ ਜਨੇਊ ਦੀ ਗੱਲ ਕਰ ਰਹੇ ਨੇ ਪਾਤਸ਼ਾਹ। ਜਿਸ ਤਰ੍ਹਾਂ ਆਪਾਂ ਨੂੰ ਪਤਾ ਨਾ ਕਿ ਪਾਤਸ਼ਾਹ ਨੇ ਆਪ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਸੀ। ਉਹ ਕਹਿੰਦੇ ਜਨੇਊ ਤਾਂ ਅਸਲ 'ਚ ਉਹ ਆ ਜਿਹਦੇ ਵਿੱਚ ਕਪਾਹ ਹੋਵੇ ਦਿਆ ਦੀ, ਸੂਤ ਹੋਵੇ ਸੰਤੋਖ ਦਾ, ਜਿਹੜੀ ਗੰਢ ਆ ਉਹ ਹੋਵੇ ਉੱਚੇ ਆਚਰਨ ਦੀ, ਅਤੇ ਉਹਨੂੰ ਵੱਟ ਚੜਿਆ ਹੋਵੇ ਸੱਚ ਦਾ। ਕਹਿੰਦੇ ਸੱਚੇ ਆਚਰਨ ਦਾ, ਚੰਗੀ ਜੀਵਨ ਯੁਕਤਾ ਨੂੰ ਵੱਟ ਚੜਿਆ ਹੋਵੇ। ਕਹਿੰਦੇ ਇਹ ਪਾਂਡੇ ਜੇ ਇਸ ਤਰ੍ਹਾਂ ਦਾ ਤੇਰੇ ਕੋਲ ਬਣਿਆ ਕੋਈ ਜਨੇਊ ਆ ਤਾਂ ਉਹ ਮੈਨੂੰ ਦੇ। ਕਹਿੰਦੇ ਜਿਹੜਾ ਇਹ ਜਨੇਊ ਆ ਇਹ ਫਿਰ ਸਰੀਰ ਦੇ ਨਾਲ ਨਿਭਦਾ, ਇਹ ਤਾਗੇ ਵਾਲਾ ਜਨੇਊ ਨਹੀਂ ਗਾ, ਨਾ ਤਾਂ ਇਹ ਜਲਦਾ ਅੱਗ ਨਾਲ, ਨਾ ਹੀ ਇਹਨੂੰ ਮੈਲ ਲੱਗਦੀ ਆ। ਜਿਵੇਂ ਦੂਸਰਾ ਤਾਂ ਫਿਰ ਜਨੇਊ ਗੰਦਾ ਹੋ ਜਾਂਦਾ ਨਾ ਸਰੀਰ 'ਤੇ ਪਾਇਆ ਹੋਇਆ। ਕਹਿੰਦੇ ਉਹ ਮਨੁੱਖ ਧਨ ਨੇ ਜਿਨ੍ਹਾਂ ਨੇ ਇਹ ਜਨੇਊ ਪਾਇਆ, ਜਿਹਦੀ ਕਪਾਹ ਹੈਗੀ ਦਿਆ, ਸੂਤ ਹੈਗਾ ਸੰਤੋਖ ਦਾ, ਗੰਢ ਹੈਗੀ ਜਤ ਦੀ, ਅਤੇ ਵੱਟ ਹੈਗਾ ਸੱਤ ਦਾ। ਕਹਿੰਦੇ ਤੂੰ ਤੇ ਪੰਡਿਤ 4 ਕੌਡੀਆਂ ਦਾ ਜਿਹੜਾ ਹੈਗਾ ਇਹ ਜਨੇਊ ਮੰਗਾ ਕੇ ਆਪਣੇ ਜਜ਼ਮਾਨ ਦੇ ਪਾ ਦਿੱਤਾ, ਫਿਰ ਉਹਦੇ ਕੰਨ 'ਚ ਕਹਿ ਦਿੱਤਾ ਹੁਣ ਬ੍ਰਾਹਮਣ ਤੇਰਾ ਗੁਰੂ ਬਣ ਗਿਆ। ਅਤੇ ਕਹਿੰਦੇ ਉਹ ਤੇ ਜਿਹੜਾ ਜਨੇਊ ਆ ਉਹ ਜਦੋਂ ਟੁੱਟ ਗਿਆ ਕਹਿੰਦੇ ਫਿਰ ਇੱਥੇ ਹੀ ਰਹਿ ਗਿਆ। ਫਿਰ ਉਹ ਤੇ ਜੀਵ ਜਿਹਨੂੰ ਤੂੰ ਜਨੇਊ ਪਵਾਇਆ, ਜਨੇਊ ਟੁੱਟ ਕੇ ਇੱਥੇ ਰਹਿ ਗਿਆ, ਫਿਰ ਉਹ ਤੇ ਜਨੇਊ ਤੋਂ ਬਿਨਾਂ ਹੀ ਚਲੇ ਗਿਆ ਨਾ ਵਿਚਾਰਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਮਹੱਲਾ ਪਹਿਲਾ। ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ,
ਲੱਗ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ। ਤੱਗ ਕਪਾਹੋ ਕੱਤੀਐ ਵਾਮਣ ਵੱਟੇ ਆਏ। ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੈ ਪਾਏ। ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ। ਨਾਨਕ ਤੱਗ ਨ ਟੁੱਟਈ ਜੇ ਤੱਗ ਹੋਵੈ ਜੋਰ। ਫਿਰ ਦੱਸਦੇ ਨੇ ਨਾ ਕਿ ਵੀ ਜਿਹੜੇ ਇਹ ਜਨੇਊ ਪਾ ਕੇ ਵੀ ਲੋਕ ਕੀ ਕਰਦੇ ਨੇ, ਲੱਖਾਂ ਹੀ ਚੋਰੀਆਂ ਕਰਦੇ ਨੇ, ਮਾੜੇ ਆਚਰਨ ਨੇ, ਗਾਲਾਂ ਕੱਢਦੇ ਨੇ ਇੱਕ ਦੂਜੇ ਨੂੰ, ਝੂਠੇ ਕੰਮ ਕਰਦੇ ਨੇ, ਠੱਗੀਆਂ ਕਰਦੇ ਨੇ, ਦੂਜਿਆਂ ਦਾ ਮਾਲ ਚੁਰਾਉਂਦੇ ਨੇ, ਦਿਨ ਰਾਤ ਕਹਿੰਦੇ ਇਸ ਤਰ੍ਹਾਂ ਦੇ ਮਾੜੇ ਕੰਮ ਕਰਦੇ ਨੇ। ਕਹਿੰਦੇ ਉਹ ਤੇ ਜਿਹੜਾ ਹੈਗਾ ਜਨੇਊ ਉਹ ਤੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜਿਹੜਾ ਆਤਮਾ ਦੇ ਨਾਲ ਨਿਭੇ। ਕਹਿੰਦੇ ਇਹ ਕੀ ਹੁੰਦਾ ਜਿਹੜਾ ਜਨੇਊ ਪਾਉਂਦੇ ਨੇ, ਵਾਮਣ ਕਪਾਹ ਤੋਂ ਵੱਟੇ ਹੋਏ ਸੂਤ ਦਾ ਪਾ ਦਿੰਦਾ ਅਤੇ ਜਦੋਂ ਪਾਉਂਦੇ ਨੇ ਫਿਰ ਕਹਿੰਦੇ ਬੱਕਰਾ ਰਿੰਨ ਕੇ ਖਾਂਦੇ ਨੇ, ਜਿਵੇਂ ਬੜੇ ਉਹਨੂੰ ਤਿਉਹਾਰ ਵਾਂਗ ਮਨਾਉਂਦੇ ਨੇ ਨਾ। ਫਿਰ ਕਹਿੰਦੇ ਉਹ ਜਿਹੜਾ ਜਨੇਊ ਹੁੰਦਾ ਪੁਰਾਣਾ ਹੁੰਦਾ ਫਿਰ ਉਹਨੂੰ ਸੁੱਟ ਵੀ ਦਿੱਤਾ ਜਾਂਦਾ। ਫਿਰ ਨਾਨਕ ਜੀ ਕਹਿੰਦੇ ਨੇ ਵੀ ਜਨੇਊ ਤਾਂ ਉਹ ਹੋਵੇ ਇੰਨੇ ਜ਼ੋਰ ਵਾਲਾ ਜਿਹੜਾ ਆਤਮਾ ਦੇ ਨਾਲ ਨਿਭਣ ਵਾਲਾ ਹੋਵੇ ਸਿਰੇ ਤੱਕ, ਉਹ ਜਨੇਊ ਹੋਵੇ ਕਹਿੰਦੇ, ਜਿਹੜਾ ਨਾ ਕਦੇ ਟੁੱਟੇ। ਉਹ ਜਨੇਊ ਹੋਣਾ ਚੰਗੇ ਗੁਣਾਂ ਦਾ। ਮਹੱਲਾ ਪਹਿਲਾ। ਨਾਏ ਮੰਨੀਐ ਪਤ ਉਪਜੈ ਸਾਲਾ ਹੀ ਸੱਚ ਸੂਤ। ਦਰਗਹਿ ਅੰਦਰ ਪਾਈਐ ਤੱਗ ਨ ਟੁੱਟ ਸਪੂਤ। ਕਹਿੰਦੇ ਜਿਹੜਾ ਜਨੇਊ ਆ ਉਹ ਤਾਂ ਇਹ ਹੈ ਜਦੋਂ ਪਰਮੇਸ਼ਰ ਦੇ ਨਾਂ ਦੀ ਕਹਿੰਦੇ ਕਮਾਈ ਕੀਤੀ ਜਾਂਦੀ ਆ, ਫਿਰ ਉਹਦੀ ਦਰਗਾਹ ਦੇ ਵਿੱਚ ਜੀਵ ਨੂੰ ਇੱਜ਼ਤ ਮਿਲਦੀ ਆ। ਇਹ ਕਹਿੰਦੇ ਉਹਦੀ ਸਿਫਤ ਸਲਾਹ ਕਰਨ ਦੇ ਨਾਲ ਇਹ ਸੂਤ ਬਣਦਾ। ਇਹ ਦਰਗਾਹ ਦੇ ਅੰਦਰ ਪਾਈਐ ਤੱਗ ਨ ਟੁੱਟ ਸਪੂਤ। ਕਹਿੰਦੇ ਫਿਰ ਇਹ ਦਰਗਾਹ ਤੱਕ ਪਹੁੰਚਦਾ ਇਸ ਤਰ੍ਹਾਂ ਦਾ ਜਿਹੜਾ ਜਨੇਊ ਪਾਇਆ ਹੁੰਦਾ, ਇੱਥੇ ਨਹੀਂ ਟੁੱਟ ਕੇ ਰਹਿ ਜਾਂਦਾ, ਉਹ ਅਸਲ ਜਨੇਊ ਆ। ਮਹੱਲਾ ਪਹਿਲਾ। ਤੱਗ ਨ ਇੰਦਰੀ ਤੱਗ ਨ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਤੱਗ ਨ ਪੈਰੀ ਤੱਗ ਨ ਹੱਥੀ ਤੱਗ ਨ ਜਿਹਵਾ ਤੱਗ ਨ ਅੱਖੀ। ਵੇ ਤੱਗਾ ਆਪੇ ਵੱਤੈ ਵਟ ਧਾਗੇ ਅਵਰਾ ਕੱਤੈ। ਫਿਰ ਦੱਸਦੇ ਨੇ ਉਹ ਪੰਡਿਤ ਵੀ ਜਿਹੜਾ ਦੂਸਰਿਆਂ ਨੂੰ ਤੇ ਜਨੇਊ ਦਿੰਦਾ ਬਣਾ ਕੇ ਪਾਉਣ ਲਈ, ਆਪ ਕਹਿੰਦੇ ਵੀ ਉਹਨੇ ਜਿਹੜੀਆਂ ਆਪਣੀਆਂ ਗਿਆਨ ਇੰਦਰੀਆਂ ਨੇ, ਨਾੜੀਆਂ ਨੇ, ਉਹਨਾਂ ਨੂੰ ਕਿਸ ਚੀਜ਼ ਦਾ ਜਨੇਊ ਪਾਇਆ, ਕਿਸ ਚੀਜ਼ ਦੀ ਉਹਨੇ ਆਪਣੇ ਆਪ ਨੂੰ ਕੀਤਾ ਕਿ ਵੀ ਇਹ ਮੇਰੇ ਗਿਆਨ ਇੰਦਰੀਆਂ ਨੂੰ ਇਸ ਚੀਜ਼ ਤੋਂ ਰੋਕ ਹੋਵੇ ਤਾਂ ਇਹ ਚੰਗੇ ਪਾਸੇ ਜਾਣਗੀਆਂ। ਇਸ ਤਰ੍ਹਾਂ ਦਾ ਉਹਨੇ ਕਹਿੰਦੇ ਕਿਹੜਾ ਕੰਮ ਕੀਤਾ। ਇਸ ਕਰਕੇ ਕਹਿੰਦੇ ਹਮੇਸ਼ਾ ਉਹਦੀ ਬਦਨਾਮੀ ਹੁੰਦੀ ਆ। ਨਾ ਤਾਂ ਕਹਿੰਦੇ ਉਹਨੇ ਕੋਈ ਇਹ ਜਨੇਊ ਪਾਇਆ ਆਪਣੇ ਪੈਰਾਂ ਨੂੰ ਵੀ ਮਾੜੇ ਪਾਸੇ ਨਾ ਜਾਣ, ਨਾ ਹੱਥਾਂ ਨੂੰ ਪਾਇਆ ਕੋਈ ਮਾੜੇ ਕੰਮ ਨਾ ਕਰਨ, ਨਾ ਹੀ ਆਪਣੀ ਕਹਿੰਦੇ ਮਾੜਾ ਬੋਲਣ ਤੋਂ ਜ਼ੁਬਾਨ ਨੂੰ ਪਾਇਆ ਕਿ ਦੂਸਰਿਆਂ ਦੀ ਨਿੰਦਾ ਨਾ ਕਰੇ, ਨਾ ਹੀ ਅੱਖਾਂ ਨੂੰ ਪਾਇਆ ਕਿ ਪਰਾਇਆ ਰੂਪ ਨਾ ਤੱਕੇ। ਕਹਿੰਦੇ ਆਪ ਤੇ ਇਸ ਤਰ੍ਹਾਂ ਦਾ ਕੋਈ ਜਨੇਊ ਪਾਇਆ ਨਹੀਂ ਹੈਗਾ ਅਤੇ ਦੂਸਰਿਆਂ ਨੂੰ ਕਹਿੰਦੇ ਧਾਗਿਆਂ ਵਾਲੇ ਜਨੇਊ ਪਾ ਰਿਹਾ। ਲੈ ਭਾੜ ਕਰੇ ਵੀ ਆਹਾ ਕੱਢ ਕਾਗਲ ਦੱਸੇ ਰਾਹਾ। ਸੁਣ ਵੇਖੋ ਲੋਕਾ ਇਹ ਵਿਡਾਣ ਮਨ ਅੰਧਾ ਨਾਉ ਸੁਜਾਨ। ਕਹਿੰਦੇ ਪੰਡਿਤ ਪੈਸੇ ਲੈ ਕੇ ਆਪਣੇ ਜਜਮਾਨ ਦੀ ਪੁੱਤਰੀ ਦਾ ਵਿਆਹ ਕਰਦਾ, ਫਿਰ ਆਪਣੀਆਂ ਪੋਥੀਆਂ ਕੱਢ ਕੇ ਦੂਸਰੀਆਂ ਜਿਹੜੀਆਂ ਹੁੰਦੀਆਂ ਨੇ ਦੇਖਣ ਵਾਲੀਆਂ ਕਿ ਚੰਗਾ ਹੈ ਕਿ ਮਾੜਾ ਹੈ, ਉਸ ਤਰ੍ਹਾਂ ਦੇ ਕਹਿੰਦੇ ਕੱਢ ਕੇ ਪੱਤਰੀਆਂ ਦੱਸ ਰਿਹਾ ਕਿ ਆਹ ਰਸਤਾ ਚੰਗਾ ਵੀ ਤੁਹਾਡੇ ਲਈ, ਆਹ ਠੀਕ ਆ ਦੇਣਾ, ਮਾੜਾ ਠੀਕ, ਇੱਦਾਂ ਦੀਆਂ ਗੱਲਾਂ ਕਰ ਰਿਹਾ। ਕਹਿੰਦੇ ਦੇਖ ਲਓ ਲੋਕਾਂ ਨੂੰ, ਕਹਿੰਦੇ ਵੀ ਇਹ ਨਵਾਂ ਹੀ ਕੰਮ ਹੈ ਕਿ ਜਿਨ੍ਹਾਂ ਦੇ ਮਨ ਤੋਂ ਅੰਧੇ ਨੇ, ਮਨ ਗਿਆਨੀ ਨਹੀਂ ਹੋਇਆ ਤਾਂ ਫਿਰ ਨਾ ਉਹਨਾਂ ਦਾ ਸਿਆਣੇ ਪਿਆ ਹੋਇਆ। ਅਜੇ ਅੰਦਰੋਂ ਆਪ ਉਹਨਾਂ ਨੂੰ ਸੋਝੀ ਨਹੀਂ ਹੋਈ ਜੀਵਨ ਦੀ ਅਸਲੀਅਤ ਦੀ, ਪਰ ਉੱਦਾਂ ਸਿਆਣੇ ਅਖਵਾਉਂਦੇ ਆ। ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਈ ਸੀ। ਸੋ ਸੇਵਕ ਸੇਵਾ ਕਰੇ ਜਿਸਨੋਂ ਹੁਕਮ ਮਨਾਏ ਸੀ। ਹੁਕਮ ਮੰਨਿਐ ਹੋਵੈ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ।
ਖਸਮੈ ਭਾਵੈ ਸੋ ਕਰੈ, ਮਨੋ ਚਿੰਦਿਆ ਸੋ ਫਲ ਪਾਇਸੀ। ਤਾਂ ਦਰਗੇ ਪੈਦਾ ਜਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ। ਕਹਿੰਦੇ ਜਿਸ 'ਤੇ ਪਰਮੇਸ਼ਰ ਆਪ ਕਿਰਪਾਲੂ ਹੁੰਦੇ ਨੇ, ਕਹਿੰਦੇ ਉਸ ਸੇਵਕ ਤੋਂ ਉਹ ਕਾਰ ਕਰਾਉਂਦੇ ਨੇ ਜਿਹੜੀ ਪਰਮੇਸ਼ਰ ਨੂੰ ਆਪ ਪਸੰਦ ਆ। ਕਹਿੰਦੇ ਜਿਸ ਸੇਵਕ ਨੂੰ ਆਪਣਾ ਹੁਕਮ ਮਨਾਉਣ ਦੀ ਆਪਣੀ ਰਜ਼ਾ ਮੰਨਣੀ ਮਿੱਠੀ ਕਰ ਦਿੰਦੇ ਨੇ ਨਾ, ਉਹੀ ਕਹਿੰਦੇ ਸੇਵਕ ਪਰਮੇਸ਼ਰ ਦੀ ਸੇਵਾ ਕਰਦਾ। ਜੋ ਫਿਰ ਕਹਿੰਦੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ, ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਅਤੇ ਪਰਮੇਸ਼ਰ ਦਾ ਮਹਿਲ ਪ੍ਰਾਪਤ ਕਰਦਾ, ਪਰਮੇਸ਼ਰ ਦੇ ਚਰਨਾਂ 'ਚ ਸਥਾਨ ਪ੍ਰਾਪਤ ਕਰਦਾ। ਫਿਰ ਕਹਿੰਦੇ ਖਸਮੇ ਭਾਵੈ ਸੋ ਕਰੈ, ਮਨੋ ਚਿੰਦਿਆ ਸੋ ਫਲ ਪਾਏ ਸੀ। ਫਿਰ ਕਹਿੰਦੇ ਉਹ ਸੇਵਕ ਉਹੀ ਕੰਮ ਕਰਦਾ ਜੋ ਪਰਮੇਸ਼ਰ ਨੂੰ ਪਸੰਦ ਆ, ਅਤੇ ਫਿਰ ਉਹ ਮਨ ਇੱਛਤ ਫਲ ਪਾ ਲੈਂਦਾ ਅਤੇ ਉਹ ਦਰਗਾਹ ਦੇ ਵਿੱਚ ਪਰਮੇਸ਼ਰ ਦੀ ਦੇ ਵਿੱਚ ਕਬੂਲ ਹੋ ਜਾਂਦਾ। ਸ਼ਲੋਕ ਮਹੱਲਾ ਪਹਿਲਾ। ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨ ਜਾਈ। ਧੋਤੀ ਟਿੱਕਾ ਤੈ ਜਪਮਾਲੀ, ਤਾਨ ਮਲੇਸ਼ਾਂ ਖਾਈ। ਅੰਤਰ ਪੂਜਾ ਪੜੇ ਕਤੇਬਾ, ਸੰਜਮ ਤੁਰ ਕਾ ਪਾਈ। ਛੋਡੀ ਲੈ ਪਾਖੰਡਾ, ਨਾਮ ਲਈਐ ਜਾਹੇ ਤਰੰਦਾ। ਛੋਡੀ ਲੈ ਪਾਖੰਡਾ, ਨਾਮ ਲਈਐ ਜਾਹੇ ਤਰੰਦਾ। ਫਿਰ ਕਹਿੰਦੇ ਜਿਸ ਤਰ੍ਹਾਂ ਉਸ ਸਮੇਂ ਸੀ ਨਾ, ਕੋਈ ਦਰਿਆ ਹੁੰਦਾ ਸੀ ਤਾਂ ਉਹਦੇ ਵਿੱਚੋਂ ਦੀ ਕਿਸੇ ਨੂੰ ਲੰਘਾਉਣ ਦੇ ਲਈ ਪੈਸੇ ਲੈ ਜਾਂਦੇ ਸੀ, ਉਹਨੂੰ ਕਰ ਕਹਿੰਦੇ ਸੀਗੇ। ਕਹਿੰਦੇ ਜਦੋਂ ਕੋਈ ਬ੍ਰਾਹਮਣ ਖੜ੍ਹਾ ਹੁੰਦਾ, ਇੱਕ ਵਾਰ ਇੱਦਾਂ ਹੋਇਆ, ਬ੍ਰਾਹਮਣ ਖੜ੍ਹਾ ਸੀ ਤਾਂ ਉਹਨੇ ਕਰ ਲੈਣਾ ਸੀਗਾ, ਬ੍ਰਾਹਮਣ ਨੇ ਅਤੇ ਗਊ ਨੇ ਲੰਘਣਾ ਸੀ, ਤਾਂ ਉਹਨੇ ਕਰ ਤੋਂ ਬਿਨਾਂ ਗਊ ਨੂੰ ਲੰਘਣ ਨਹੀਂ ਦਿੱਤਾ। ਫਿਰ ਕਹਿੰਦੇ ਉਹੀ ਗਊ ਆ ਵੀ ਜਿਹਦਾ ਗੋਬਰ ਲੈ ਕੇ ਤੁਸੀਂ ਆਪਣੇ ਪੂਜਾ ਵਾਲੇ ਪਾਠਾਂ, ਜਿਹੜੇ ਪਾਠ ਜਿੱਥੇ ਕਰਦੇ ਹੋ, ਪੂਜਾ ਕਰਦੇ ਹੋ, ਉਹਨੂੰ ਲਿਪਦੇ ਹੋ, ਅਤੇ ਹੁਣ ਕਹਿੰਦੇ ਉਹ ਗਊ ਨੂੰ ਬਿਨਾਂ ਪੈਸੇ ਲੈ ਤੋਂ ਲੰਘਣ ਨਹੀਂ ਦਿੱਤਾ ਹੈਗਾ। ਕਹਿੰਦੇ ਫਿਰ ਇਹ ਕਿੱਧਰਲਾ ਹੋਇਆ ਵੀ ਤੁਸੀਂ ਗਊ ਦੀ ਪੂਜਾ ਕਰਦੇ ਹੋ। ਉਸ ਤਰ੍ਹਾਂ ਕਹਿੰਦੇ ਵੀ ਤੁਸੀਂ ਧੋਤੀਆਂ ਹੋਈਆਂ, ਧੋਤੀਆਂ ਪਾਉਂਦੇ ਹੋ, ਟਿੱਕੇ ਲਾਉਂਦੇ ਹੋ, ਜਪਮਾਲੀ ਫੜਦੇ ਹੋ, ਮਾਲਾ ਫੜਦੇ ਹੋ, ਪਰ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਮਲੇਸ਼ ਕਹਿੰਦੇ ਹੋ, ਉਸ ਸਮੇਂ ਮੁਸਲਮਾਨਾਂ ਨੂੰ ਇਹ ਮਲੇਸ਼ ਕਹਿੰਦੇ ਸੀਗੇ, ਜਿਹੜੇ ਹਿੰਦੂ ਤਬਕਾ ਸੀ। ਅਤੇ ਫਿਰ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਮਲੇਸ਼ ਕਹਿੰਦੇ ਹੋ, ਉਹਨਾਂ ਦਾ ਹੀ ਦਿੱਤਾ ਤੁਸੀਂ ਖਾਂਦੇ ਹੋ, ਕਿਉਂਕਿ ਉਹਨਾਂ ਦੇ ਕੋਲ ਨੌਕਰੀਆਂ ਕਰਦੇ ਹੋ। ਅੰਦਰ ਖਾਤੇ ਕਹਿੰਦੇ ਤੁਸੀਂ ਆਪਣੀ ਪੂਜਾ ਕਰਦੇ ਹੋ, ਬਾਹਰੋਂ ਕਹਿੰਦੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਤੁਸੀਂ ਉਹਨਾਂ ਦੇ ਕਿਤਾਬ ਪੜ੍ਹਦੇ ਹੋ। ਇਹ ਕਹਿੰਦੇ ਸਾਰੇ ਪਖੰਡ ਛੱਡ ਦਿਓ। ਜੇ ਕਹਿੰਦੇ ਤਰਨਾ ਇਸ ਸੰਸਾਰ ਤੋਂ, ਤਾਂ ਉਸ ਪਰਮਾਤਮਾ ਦਾ ਨਾਮ ਲਓ, ਨਾਮ ਲਿਆ ਹੀ ਤਰ ਸਕੀਦਾ ਹੈ। ਮਹੱਲਾ ਪਹਿਲਾ। ਮਾਨਸ ਖਾਣੈ ਕਰੇ ਨਿਵਾਜ, ਛੁਰੀ ਵਗਾਇਨ ਤਿਨ ਗਲ ਤਾਗ। ਤਿਨ ਕਰ ਬ੍ਰਾਹਮਣ ਪੂਰੈ ਨਾਦ, ਉਹਨਾਂ ਬੇ ਆਵੈ ਉਹੀ ਸਾਧ। ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ। ਉਸ ਸਮੇਂ ਫਿਰ ਕਹਿੰਦੇ ਸੀ ਜਿਹੜੇ ਸੀ ਆਪਣੇ ਨਵਾਜ਼ਾਂ ਪੜ੍ਹਨ ਵਾਲੇ ਕਾਜੀ ਵਗੈਰਾ, ਉਹ ਕਹਿੰਦੇ ਵੀ ਉਸ ਤਰ੍ਹਾਂ ਤਾਂ ਦੂਸਰੇ ਜੀਵਾਂ ਨੂੰ ਬੜਾ ਤੰਗ ਕਰਦੇ ਸੀਗੇ, ਅਤੇ ਉੱਪਰੋਂ ਦੀ ਫਿਰ ਉਹ ਕਹਿੰਦੇ ਨਵਾਜ਼ ਪੜ੍ਹਦੇ ਸੀਗੇ। ਅਤੇ ਕਹਿੰਦੇ ਫਿਰ ਜਿਨ੍ਹਾਂ ਦੇ ਜਨੇਊ ਪਾਏ ਹੋਏ ਸੀ, ਉਹਨਾਂ ਦੇ ਉਹ ਵੀ ਕਹਿੰਦੇ ਛੁਰੀ ਚਲਾਉਂਦੇ ਸੀ ਦੂਜਿਆਂ 'ਤੇ। ਇਹ ਹੈਗੇ ਨੇ ਬ੍ਰਾਹਮਣ, ਜਿਹੜੇ ਫਿਰ ਮੁਸਲਮਾਨ ਕਚਹਿਰੀਆਂ ਜਾਂ ਕਿਤੇ ਵੀ ਆਪਣੀ ਨੌਕਰੀ ਕਰਦੇ ਸੀਗੇ, ਅਤੇ ਉਹ ਵੀ ਕਹਿੰਦੇ ਦੂਸਰੀ ਜਨਤਾ ਨੂੰ ਬਖਸ਼ਦੇ ਨਹੀਂ ਸੀ, ਉਹ ਵੀ ਉਹਨਾਂ ਨਾਲ ਮਾੜਾ ਕਰਦੇ ਸੀਗੇ। ਫਿਰ ਕਹਿੰਦੇ ਜਿਹੜੇ ਖੱਤਰੀ ਲੋਕ ਸੀਗੇ, ਉਹ ਬਹੁਤੇ ਨੌਕਰੀਆਂ ਕਰਦੇ ਸੀਗੇ। ਜਿਹੜੇ ਬ੍ਰਾਹਮਣ ਸੀਗੇ, ਫਿਰ ਉਹ ਖੱਤਰੀਆਂ ਦੇ ਘਰ ਜਾ ਕੇ ਪੂਜਾ ਕਰਦੇ ਸੀਗੇ, ਉਹਨਾਂ ਨੂੰ ਸ਼ੰਖ ਵਜਾ ਕੇ ਸੁਣਾਉਂਦੇ ਸੀਗੇ। ਕਹਿੰਦੇ ਸਾਰਿਆਂ ਦੀ ਜਿਹੜੀ ਰਾਸ ਆ, ਉਹ ਵੀ ਝੂਠੀ, ਜਿਹੜਾ ਵਪਾਰ ਕਰਦੇ ਸੀ ਉਹ ਵੀ ਝੂਠਾ। ਜਿਹੜੇ ਖੱਤਰੀ ਸੀਗੇ ਉਹ ਮੁਸਲਮਾਨਾਂ ਦੇ ਨੌਕਰੀਆਂ ਕਰਦੇ ਸੀ, ਫਿਰ ਖੱਤਰੀਆਂ ਦੇ ਘਰ ਬ੍ਰਾਹਮਣ ਪੂਜਾ ਕਰਦੇ ਸੀਗੇ। ਜਿਹੜੇ ਮੁਸਲਮਾਨ ਸੀਗੇ ਉਹ ਵੀ ਕੋਈ ਚੰਗੀ ਨਹੀਂ ਸੀ ਗੁਜ਼ਾਰਦੇ, ਉੱਦਾਂ ਨਵਾਜ਼ਾਂ ਪੜ੍ਹਦੇ ਸੀਗੇ, ਪਰ ਬਾਕੀ ਸਾਰੇ ਸਮਾਜ 'ਚ ਲੋਕਾਂ ਨੂੰ ਤੰਗ ਕਰਦੇ ਸੀਗੇ। ਕੂੜ ਬੋਲ ਕਰੇ ਆਹਾਰ,
ਕਹਿੰਦੇ ਜਿਹੜਾ ਰੋਜੀ ਕਮਾਉਂਦੇ ਸੀਗੇ ਉਹ ਵੀ ਝੂਠ ਦਾ ਸਹਾਰਾ ਲੈ ਕੇ ਕਮਾਉਂਦੇ ਸੀਗੇ। ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਨਾਨਕ ਜੀ ਕਹਿੰਦੇ ਉਸ ਸਮੇਂ ਸਾਰੇ ਪਾਸੇ ਝੂਠ ਦਾ ਹੀ ਬੋਲਬਾਲਾ ਸੀਗਾ, ਨਾ ਕਿਸੇ ਨੂੰ ਕਿਸੇ ਦੀ ਸ਼ਰਮ ਸੀ, ਨਾ ਧਰਮ ਰਹਿ ਗਿਆ ਸੀ। ਮੱਥੇ ਟਿੱਕਾ ਤੇੜ ਤੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਕਹਿੰਦੇ ਜਿਹੜੇ ਪੰਡਿਤ ਲੋਕ ਸੀ ਮੱਥੇ 'ਤੇ ਟਿੱਕਾ ਲਾਉਂਦੇ ਸੀਗੇ, ਤੇੜ ਕਹਿੰਦੇ ਗੇਰੂਏ ਰੰਗ ਦੀ ਧੋਤੀ ਵੀ ਬੰਨ੍ਹਦੇ ਸੀ, ਪਰ ਹੱਥ ਵਿੱਚ ਕਹਿੰਦੇ ਜਿਵੇਂ ਛੁਰੀ ਫੜੀ ਹੁੰਦੀ ਆ, ਇਸ ਤਰ੍ਹਾਂ ਲੋਕਾਂ ਨਾਲ ਮਾੜਾ ਕਰਦੇ ਸੀ, ਸਾਰੇ ਜਗਤ ਦੇ ਨਾਲ ਧੋਖਾ ਕਰਦੇ ਸੀ। ਨੀਲ ਵਸਤਰ ਪਹਿਰ ਹੋਵੈ ਪਰਵਾਨ, ਮਲੇਸ਼ ਤਾਨ ਲੈ ਪੂਜੈ ਪੁਰਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨ ਜਾਣਾ। ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜੀਆਰ। ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਅਸਾਡਾ ਫਿੱਟੈ। ਤਨ ਫਿੱਟੈ ਫੇੜ ਕਰੇਨ, ਮਨ ਝੂਠੈ ਚੁਲੀ ਪਰੇਨ। ਕਹੋ ਨਾਨਕ ਸੱਚ ਤੇ ਆਈਐ, ਸੁਚ ਹੋਵੈ ਤਾਂ ਸੱਚ ਪਾਈਐ। ਕਹੋ ਨਾਨਕ ਸੱਚ ਤੇ ਆਈਐ, ਸੁਚ ਹੋਵੈ ਤਾਂ ਸੱਚ ਪਾਈਐ। ਫਿਰ ਉਸ ਸਮੇਂ ਦਾ ਹੀ ਜਿਵੇਂ ਚਿੱਤਰ ਖਿੱਚ ਰਹੇ ਨੇ, ਨੀਲ ਵਸਤਰ ਹੋਵੇ ਪਰਵਾਨ, ਕਿਉਂਕਿ ਮੁਸਲਮਾਨਾਂ ਦੇ ਜਿਹੜੇ ਕੱਪੜਿਆਂ ਦਾ ਰੰਗ ਨੀਲਾ ਸੀ ਨਾ, ਜਿਹੜੇ ਫਿਰ ਉਹਨਾਂ ਦੇ ਕੰਮ ਕਰਨ ਵਾਲੇ ਖੱਤਰੀ ਸੀਗੇ ਉਹ ਵੀ ਫਿਰ ਨੀਲੇ ਕੱਪੜੇ ਪਾਉਂਦੇ ਸੀਗੇ, ਫਿਰ ਨੀਲੇ ਪਾਏ ਹੋਏ ਚੰਗੇ ਸਮਝੇ ਜਾਂਦੇ ਸੀਗੇ। ਫਿਰ ਕਹਿੰਦੇ ਉਹ ਕਿਉਂਕਿ ਮੁਸਲਮਾਨਾਂ ਦੇ ਨੌਕਰੀਆਂ ਕਰਦੇ ਸੀ, ਉਹਨਾਂ ਤੋਂ ਹੀ ਫਿਰ ਤਨਖਾਹ ਮਿਲਦੀ ਸੀਗੀ, ਤਨਖਾਹ ਉਹਨਾਂ ਦੀ ਲੈਂਦੇ ਸੀ, ਪਰ ਅੰਦਰ ਖਾਤੇ ਆਪਣੇ ਪੁਰਾਣ ਪੂਜਦੇ ਸੀਗੇ। ਫਿਰ ਜਿਵੇਂ ਦਾ ਕਹਿੰਦੇ ਉਹ ਕਲਮਾ ਪੜ੍ਹ ਕੇ ਬੱਕਰਾ ਬਣਾਉਂਦੇ ਸੀ, ਤਾਂ ਇਹ ਵੀ ਉਹ ਉੱਥੇ ਖਾਂਦੇ ਸੀ ਬੱਕਰਾ ਬਣਿਆ ਹੋਇਆ। ਉੱਥੇ ਤਾਂ ਕਹਿੰਦੇ ਬੱਕਰਾ ਬਣਿਆ ਹੋਇਆ ਖਾ ਲੈਂਦੇ ਸੀ, ਪਰ ਆਪਣੇ ਫਿਰ ਕਹਿੰਦੇ ਸੀ ਜਿੱਥੇ ਬਣਾਉਂਦੇ ਸੀ ਆਪਣਾ ਰੋਟੀ ਪਾਣੀ ਰਸੋਈ, ਉਹਦੇ ਕਹਿੰਦੇ ਆਲੇ ਦੁਆਲੇ ਲੀਕਾਂ ਕੱਢਦੇ ਸੀਗੇ ਵੀ ਇਹਦੇ ਅੰਦਰ ਨਾ ਕੋਈ ਜਾਵੇ, ਨਹੀਂ ਤਾਂ ਸਾਡਾ ਅੰਨ ਪਿੱਟਿਆ ਜਾਊਗਾ। ਆਪ ਕਹਿੰਦੇ ਉੱਥੇ ਸਭ ਕੁਝ ਖਾ ਲੈਂਦੇ ਸੀਗੇ। ਫਿਰ ਕਹਿੰਦੇ ਆਪ ਹੁਣ ਜਦੋਂ ਚੌਕੇ 'ਤੇ ਚੜ੍ਹਦੇ ਸੀ ਆਪਣੇ ਜਾਣੀ ਦਿਖਾਉਂਦੇ ਸੀ ਕਿ ਵੀ ਅਸੀਂ ਬੜੇ ਸੁੱਚੇ ਹਾਂ, ਪਰ ਉੱਪਰੋਂ ਸੁੱਚੇ ਸੀਗੇ, ਅੰਦਰੋਂ ਉੱਪਰੋਂ ਸੁੱਚੇ ਬਣਦੇ ਸੀ, ਅੰਦਰੋਂ ਤਾਂ ਕੋਈ ਸੁੱਚਮਤਾ ਨਹੀਂ ਸੀਗੀ। ਉੱਥੇ ਸਾਰੇ ਬੱਕਰੇ ਵਗੈਰਾ ਵੀ ਖਾਂਦੇ ਸੀਗੇ। ਕਹਿੰਦੇ ਕਿਸ ਤਰ੍ਹਾਂ ਆਪਣੇ ਮਤਲਬ ਸਰੀਰ ਵੀ ਅਪਵਿੱਤਰ ਅਤੇ ਮਨ ਵੀ ਅਪਵਿੱਤਰ। ਮਨ ਕਹਿੰਦੇ ਜੂਠੇ ਨੇ ਅਤੇ ਮੂੰਹ ਵਿੱਚ ਕਹਿੰਦੇ ਚੂਲੀਆਂ ਕਰਦੇ ਨੇ, ਵੀ ਕੁਰਲੀਆਂ ਕਰਦੇ ਨੇ, ਵੀ ਇਸ ਤਰ੍ਹਾਂ ਦਾ ਸੀ। ਉਸ ਤਰ੍ਹਾਂ ਕਹਿੰਦੇ ਸੀ ਵੀ ਜੇ ਸਾਡੇ ਕੋਈ ਚੌਕੇ 'ਤੇ ਚੜ੍ਹ ਜੂ ਸਾਡਾ ਅੰਨ ਪਿੱਟ ਹੋ ਜਾਣਾ। ਫਿਰ ਨਾਨਕ ਜੀ ਕਹਿੰਦੇ ਨੇ ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੈ ਤਾਂ ਸੱਚ ਪਾਈਏ। ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਂ ਹੀ ਧਿਆਉਣਾ ਚਾਹੀਦਾ ਹੈ, ਪਰ ਕਹਿੰਦੇ ਉਸ ਪਰਮੇਸ਼ਰ ਨੂੰ ਸੁੱਚ ਹੋਵੇ ਤਾਂ ਸੱਚ ਪਾਈਏ, ਤਾਂ ਹੀ ਪਾ ਸਕੀਦਾ ਜਦੋਂ ਮਨ ਪਵਿੱਤਰ ਹੋ ਜਾਵੇ ਅੰਦਰੋਂ, ਨਾ ਕਿ ਉੱਪਰੋਂ ਦਿਖਾਉਣ ਵਾਲੀ ਸੁੱਚਮਤਾ ਹੋਵੇ। ਪੌੜੀ ਚਿੱਤੈ ਅੰਦਰ ਸਭ ਕੋ, ਵੇਖ ਨਦਰੀ ਹੇਠ ਚਲਾਈਦਾ। ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਈਦਾ। ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਤੰਦੈ ਲਾਈਦਾ। ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਾ ਕਰਾਈਦਾ। ਦਰ ਮੰਗਣ ਭਿਖ ਨ ਪਾਈਦਾ, ਦਰ ਮੰਗਣ ਭਿਖ ਨ ਪਾਈਦਾ। ਕਹਿੰਦੇ ਇਹ ਜਗਤ ਪਰਮੇਸ਼ਰ ਦਾ ਸਾਜਿਆ ਹੋਇਆ ਹੈ, ਅਤੇ ਪਰਮੇਸ਼ਰ ਸਾਰਿਆਂ ਵੱਲ ਪਰਮੇਸ਼ਰ ਦੀ ਨਜ਼ਰ ਹੈ। ਕਹਿੰਦੇ ਆਪਣੇ ਅਧੀਨ ਸਾਰੇ ਆਪਣੇ ਬੱਚਿਆਂ 'ਤੇ ਸਾਰੀ ਆਪਣੀ ਜਿਹੜੀ ਸ੍ਰਿਸ਼ਟੀ ਦੀ ਪੈਦਾਇਸ਼ ਕੀਤੀ ਹੈ ਪਰਮੇਸ਼ਰ ਨੇ, ਸਭ 'ਤੇ ਕਹਿੰਦੇ ਨਜ਼ਰ ਰੱਖਦਾ, ਸਭ ਦੀ ਪਾਲਣਾ ਕਰਦਾ, ਸਭ ਦਾ ਚੇਤਾ ਉਹਨੂੰ ਕਹਿੰਦੇ ਪਰਮੇਸ਼ਰ ਨੂੰ। ਆਪੇ ਹੀ ਫਿਰ ਕਹਿੰਦੇ ਸਾਰਿਆਂ ਨੂੰ ਵਡਿਆਈਆਂ ਦਿੰਦਾ, ਜਿਹਦੇ ਹਿੱਸੇ 'ਚ ਲਿਆਉਂਦਾ ਵਡਿਆਈ, ਜਿਹਦੇ 'ਤੇ ਆਪਣੀ ਮਿਹਰ ਕਰਦਾ। ਫਿਰ ਜਿਸ ਤਰ੍ਹਾਂ ਦੇ ਕਰਮ ਕਰਵਾਉਣਾ ਜੀਵ ਤੋਂ, ਉਸ ਤਰ੍ਹਾਂ ਦੇ ਕਰਵਾਉਂਦਾ। ਕਹਿੰਦੇ
ਉਹ ਸਭ ਤੋਂ ਵੱਡਾ ਤੇ ਸਾਡੇ ਸਿਰ ਤੇ ਸਭ ਤੋਂ ਉੱਚਾ ਮਾਲਕ ਹੈ। ਹਰ ਇੱਕ ਨੂੰ ਆਪਣੇ ਹੁਕਮ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਕਾਰੇ ਲਾਇਆ ਹੋਇਆ ਪਰਮੇਸ਼ਰ ਨੇ। ਜਿਹੜੇ ਵੱਡੇ ਵੱਡੇ ਕਹਿੰਦੇ ਰਾਜੇ ਖਾਨ ਨੇ ਨਾ, ਜੇ ਮਤਲਬ ਉਹਨਾਂ ਦੇ ਉੱਪਰ ਵੀ ਜਦੋਂ ਨਾਰਾਜ਼ ਹੁੰਦਾ ਤਾਂ ਉਹਨਾਂ ਨੂੰ ਵੀ ਘਾਹ ਖੋਤਣ ਲਾ ਦਿੰਦਾ। ਫਿਰ ਕਹਿੰਦੇ ਵੀ ਇਹ ਤੇ ਗੱਲ ਛੱਡੋ ਵੀ ਉਹ ਸੁਲਤਾਨ ਨੇ, ਉਹ ਘਾਹੀ ਬਣ ਜਾਂਦੇ ਨੇ, ਪਰ ਉਹਨਾਂ ਨੂੰ ਇਸ ਤਰ੍ਹਾਂ ਦੇ ਮੰਗਤੇ ਵੀ ਬਣਾ ਦਿੰਦਾ ਕਿ ਉਹ ਮੰਗਣ ਜਾਂਦੇ ਨੇ ਤੇ ਮੂਹਰਿਓਂ ਉਹਨਾਂ ਨੂੰ ਖੈਰ ਵੀ ਨਹੀਂ ਪੈਂਦੀ। ਕਦੇ ਰਾਜੇ ਸੀ ਤੇ ਹੁਣ ਅੱਜ ਖੈਰ ਵੀ ਨਹੀਂ ਪੈਂਦੀ। ਇਹ ਕਹਿੰਦੇ ਉਸ ਪਰਮੇਸ਼ਰ ਦੇ ਰੰਗ ਨੇ। ਉਹ ਲੱਖ ਤੋਂ ਕੱਖ ਦੇ ਕਰ ਸਕਦਾ, ਉਹ ਕੱਖ ਤੋਂ ਲੱਖ ਦੇ ਕਰ ਸਕਦਾ। ਇਹ ਸਭ ਪਰਮੇਸ਼ਰ ਦੀਆਂ ਖੇਡਾਂ ਨੇ, ਸੱਚੇ ਪਾਤਸ਼ਾਹ ਜੀ ਦੀਆਂ। ਆਓ ਉਹਦਾ ਨਾਮ ਜਪੀਏ ਜੀ, ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ।